श्री वाहिगुरु साहिब जी। पैरव महला पंजवा। जिस तू राख है तिस कौन मारै। सब तुझ ही अंतर सगल संसार। जिस तू राख है तिस कौन मारै। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। पैरव महला पंजवा। पैरों राग दे विच पंजवें पातशाह शहीदां दे सरताज धन सतगुरु श्री गुरु अर्जन देव साहिब जी महाराज शो पावन उपदेश की बख्शिश कर रहे हैं। जैसा तू राख है तिस कौन मारै। हे प्रभु जिस मनुख नूं तू अपनी मेहर करके रखिया करदा है तिस नूं भला किहड़ा मार सकदा है। मतलब कोई नहीं मार सकदा। जिस दा साहिब डाढा होए तिस नूं मार ना सकै कोई। जो मारे रखे इको आप। मारन वाला भी वाहिगुरु है रखण वाला भी वाहिगुरु है। जे कोई बंदा कहे कि मैं किसी नूं मार देवां ਉਹਦੇ ਨਾਲ रखण वाला डाढा है। पातशाह फरमाउंदे मारे रखे इको आप मानस की मानस कै किश नाही हाथ। मारे रखे इको आप इसके हाथ कहाँ विचार। सो ये मनुख दे हथ बस कुछ भी नहीं है। जेड़ा अकाल पुरख परमात्मा है ਉਹਦੇ ਭਾਣੇ ਵਿੱਚ ही जीव जन्म ਲੈਂਦੇ ਨੇ ਅਤੇ जिस वक्त उसका बुलावा ਜਾਂਦਾ है उस वक्त जीवां नूं अवश्य जाना पैंदा है। जिस नूं तू रखवाला मारे तिस कौन। जिस नूं तू रखवाला जिता तिनै मैण। जिस नूं तू रखवाला तिस मुख उजला। जिस नूं तू रखवाला सो निर्मली हो निर्मला। इसलिए
ਉਹ ਪਰਮਾਤਮਾ ਅਕਾਲ ਪੁਰਖ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਆਪਦੇ ਭਗਤਾਂ ਦੀ ਉਹ ਰਾਸ ਪੂੰਜੀ ਹੈ, ਉਹਨਾਂ ਦੀ ਰੱਖਿਆ ਕਰਨ ਵਾਲਾ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਚੌਪਈ ਸਾਹਿਬ ਦੇ ਵਿੱਚ ਬਚਨ ਕੀਤਾ ਹੈ, ਹਮਰੀ ਕਰੋ ਹਾਥ ਦੇ ਰਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਗਾਵੋ, ਆਪ ਆਦ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਦੁਨੀਆ ਦੇ ਵਸ ਹੁੰਦਾ ਤੇ ਮਹਾਰਾਜ ਨੂੰ ਇੱਕ ਦਿਨ ਵੀ ਨਾ ਉਹ ਜੀਣ ਦਿੰਦੇ। ਕਈ ਵਾਰ ਗੁਰੂ ਜੀ ਨੂੰ ਉਹਨਾਂ ਨੇ ਸ਼ਹੀਦ ਸਮਝਿਆ, ਸਰਸਾ ਦੇ ਕਿਨਾਰੇ ਤੇ ਆਪਣੇ ਵੱਲੋਂ ਸ਼ਹੀਦ ਸਮਝ ਗਏ, ਪਰ ਉਹ ਸ਼ਹੀਦ ਭਾਈ ਉਦੇ ਸਿੰਘ ਸੀ। ਫਿਰ ਚਮਕੌਰ ਦੀ ਗੜੀ ਵਿੱਚ ਉਹਨਾਂ ਆਪਣੇ ਵੱਲੋਂ ਸ਼ਹੀਦ ਸਮਝ ਲਿਆ। ਫਿਰ ਅੱਗੇ ਮੁਕਤਸਰ ਦੀ ਜੰਗ ਵਿੱਚ ਮਹਾਰਾਜ ਨੂੰ 3-4 ਵਾਰੀ ਸ਼ਹੀਦ ਸਮਝ ਲਿਆ, ਪਰ ਮਹਾਰਾਜ ਲੁੱਡੀਆਂ ਮਚਾਉਂਦੇ, ਜਕਾਰੇ ਛੱਡਦੇ, ਆਪ ਦੀ ਮੌਜ ਵਿੱਚ ਵਿਚਰਦੇ, ਵਾਹਿਗੁਰੂ ਦੇ ਭਾਣੇ ਅੰਦਰ ਪ੍ਰਸੰਨ ਰਹਿੰਦੇ ਆ। ਕਿਸੇ ਦੇ ਹੱਥ ਨਹੀਂ ਆਏ, ਕਿਸੇ ਕੋਲੋਂ ਸ਼ਹੀਦ ਨਹੀਂ ਹੋਏ। ਇਉਂ ਆਪਦੇ ਭਾਣੇ ਵਿੱਚ ਹੀ ਕਟਾਰ ਦਾ ਵਾਰ ਖਾ ਕੇ ਉਸ ਦਾ ਬਹਾਨਾ ਬਣਾ ਕੇ ਹਜ਼ੂਰ ਸਾਹਿਬ ਮਹਾਰਾਜ ਨੇ ਆਪਦਾ ਸਰੀਰ ਤਿਆਗਿਆ। ਇਸ ਲਈ ਜੇ ਦੁਨੀਆ ਦੇ ਵੱਸ ਹੋਏ ਤੇ ਆਪਾਂ ਗਵਾਂਢੀਆਂ ਨੂੰ ਰਾਤ ਨਾ ਜੀਣ ਦਈਏ, ਰਾਤੋਂ ਰਾਤ ਹੀ ਕੰਮ ਤਮਾਮ ਕਰ ਦਈਏ। ਉਹਨਾਂ ਦਾ ਜੋ ਟਰੈਕਟਰ ਖੜਾ ਅਸੀਂ ਆਪਦੇ ਘਰ ਲੈ ਆਈਏ, ਪਰ ਸਾਡੇ ਵੱਸ ਕੁਛ ਨਹੀਂ। ਦੁਨੀਆ ਦਾ ਕਿਸੇ ਨੂੰ ਬੁਰਕੀ ਮੂੰਹ 'ਚ ਪਾਉਂਦਿਆਂ ਨਹੀਂ ਜਰਦੀ, ਕਿਸੇ ਨੂੰ ਸੁੱਖ ਲੈਂਦੀਆਂ ਵੇਖ ਕੇ ਰਾਜੀ ਨਹੀਂ। ਆਪਾਂ ਤਾਂ ਸੋਚਦੇ ਹਾਂ ਵੀ ਆਪਾਂ ਹੀ ਰਹੀਏ, ਬਾਕੀ ਸਭ ਚੜ੍ਹਾਈ ਕਰ ਜਾਣ, ਪਰ ਇਸ ਤਰ੍ਹਾਂ ਨਹੀਂ ਹੁੰਦਾ ਹੈ। ਇੱਥੇ ਹਿੰਦੂ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ ਨੇ। ਜੇ ਅਸੀਂ ਸਿੱਖ ਹਾਂ, ਮਹਾਰਾਜ ਦੇ ਨਿਹੰਗ ਹਾਂ, ਤੇ ਬਾਕੀ ਵੀ ਸਾਰੇ ਰੱਬ ਦੇ ਬੰਦੇ ਨੇ। ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਪੁਜਿਆ, ਕੌਣ ਭਲੇ ਕੋ ਮੰਦੇ। ਔਰੰਗਜ਼ੇਬ ਨੂੰ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹੀ ਗੱਲ ਸਮਝਾਈ ਸੀ ਕਿ ਤੂੰ ਚਾਹੁਣਾ ਮੈਂ ਤਿੰਨਾਂ ਤੋਂ ਇੱਕ ਕਰ ਦੇਵਾਂ, ਪਰ ਜੋ ਮੇਰਾ ਵਾਹਿਗੁਰੂ ਹੈ ਉਹ ਤਿੰਨਾਂ ਤੋਂ ਇੱਕ ਦੀ ਬਜਾਏ ਚੌਥਾ ਧਰਮ ਪੈਦਾ ਕਰੇਗਾ, ਖਾਲਸਾ ਪੰਥ ਪ੍ਰਗਟ ਹੋਏਗਾ। ਮਤਲਬ ਤੂੰ ਚਾਹੁੰਦਾ ਮੈਂ 2 ਹਿੰਦੂ ਤੇ ਮੁਸਲਮਾਨਾਂ ਤੋਂ ਇੱਕ ਮੁਸਲਮਾਨ ਬਣਾ ਦਿਆਂ, ਤੇ ਪਰ ਸਿੱਖ ਤਾਂ ਹਨ ਹੀ। ਉਦੋਂ ਸਿੱਖਾਂ ਨੂੰ ਵੀ ਹਿੰਦੂ ਗਿਣਦੇ ਸੀਗੇ, ਤੇ ਮਹਾਰਾਜ ਨੇ ਆਪਦੇ ਆਪ ਨੂੰ ਪੰਡਤਾਂ ਦਾ ਗੁਰੂ ਪੇਸ਼ ਕੀਤਾ ਸੀਗਾ ਵੀ ਮੈਂ ਇਹਨਾਂ ਦਾ ਗੁਰੂ ਹਾਂ, ਮੇਰੇ ਨਾਲ ਗੱਲ ਕਰੋ। ਇਉਂ ਸਿੱਖਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਤੋਂ ਚੌਥਾ ਅੰਮ੍ਰਿਤਧਾਰੀ ਖਾਲਸਾ ਪੰਥ ਪ੍ਰਗਟ ਹੋਇਆ। ਔਰੰਗਜ਼ੇਬ ਦੀ ਕੋਈ ਵਾਹ ਪੇਸ਼ ਨਹੀਂ ਚੱਲੀ, ਉਹ ਰੋਂਦਾ ਕੁਰਲਾਉਂਦਾ ਹੀ ਚੜ੍ਹਾਈ ਕਰ ਗਿਆ। ਇਉਂ ਕਈ ਆਏ ਤੇ ਕਈ ਗਏ, ਖਾਲਸੇ ਨੂੰ ਅੱਜ ਤੱਕ ਕੋਈ ਮਾਰ ਨਹੀਂ ਸਕਿਆ। ਸਾਹਿਬਜ਼ਾਦਿਆਂ ਦਾ ਭੁਲੇਖਾ ਸੀਗਾ ਕਿ ਸ਼ਾਇਦ ਨੀਹਾਂ 'ਚ ਚਿਣਗੇ, ਸਾਹਿਬਜ਼ਾਦੇ ਖਤਮ ਹੋ ਗਏ। ਉਹ ਅੱਜ ਤੱਕ ਵੇਖੋ ਜਕਾਰੇ ਛੱਡਦੇ ਨੇ। ਜਿਨ੍ਹਾਂ ਨੇ ਨੀਹਾਂ 'ਚ ਚਿਣਿਆ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸ ਲਈ ਜਿਹੜਾ ਹਾਰੇ ਨਾ ਉਹ ਮਰਿਆ ਨਹੀਂ ਹੁੰਦਾ। ਜਿਸ ਅਸਥਾਨ 'ਤੇ ਤੁਸੀਂ ਬੈਠੇ ਹੋ, ਇਹਨਾਂ ਬਾਹਾਂ ਖੜੀਆਂ ਨਹੀਂ ਕੀਤੀਆਂ, ਹਾਰੇ ਨਹੀਂ, ਈਨ ਨਹੀਂ ਮੰਨੀ, ਉਹ ਅੱਜ ਵੀ ਜਿਉਂਦੇ ਨੇ, ਕਿਉਂਕਿ ਜਾਗਦੀ ਜ਼ਮੀਰ ਵਾਲੇ ਕਦੀ ਮਰਦੇ ਨਹੀਂ ਹਨ। ਸੁੱਖੇ ਤੇ ਜਿੰਦੇ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜ ਦੀ ਜ਼ਬਾਨ ਤਾਂ ਕੰਬਦੀ ਸੀਗੀ, ਕਲਮ ਕੰਬਦੀ, ਉਹਨੇ ਕਲਮ ਡਸਟਬਿਨ ਕਰ ਦਿੱਤੀ। ਉਹਨੂੰ ਰਾਤ ਕਹਿੰਦਾ ਮੈਨੂੰ ਨੀਂਦ ਨਹੀਂ ਆਈ, ਪਰ ਉਹ ਸੂਰਮੇ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਸਨ। ਧੰਨ ਮਾਤਾ ਗੁਰਨਾਮ ਕੌਰ, ਗਦਲੀ ਪਿੰਡ ਮੈਂ ਖੰਡਪੜ ਸਾਹਿਬ ਉਹਨਾਂ ਦੇ ਘਰ ਕਰਨ ਜਾਂਦਾ ਰਿਹਾ ਹਰ ਸਾਲ।
ਉਹਨਾਂ ਦੀ ਭੈਣ ਤੇ ਮਾਤਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ, ਇੱਕ ਵੀ ਅਥਰੂ ਨਹੀਂ ਸਨ ਘੇਰਦੇ, ਜਕਾਰੇ ਛੱਡਦੇ, ਔਰ ਬੜੇ ਦਲੇਰ ਕਿਸਮ ਦੇ ਸਨ। ਬੰਦਿਆਂ 'ਚ ਇੰਨੀ ਦਲੇਰੀ ਨਹੀਂ ਹੁੰਦੀ। ਪੁਲਿਸ ਵਾਲਿਆਂ ਨੂੰ ਕਹਿਣਾ ਉਹ ਉੱਥੇ ਬਹਿ ਜਾਓ ਮੰਜੇ ਤੇ, ਗੇਟ ਦੇ ਅੰਦਰ ਨਹੀਂ ਆਉਣਾ, ਰੋਟੀ ਖਾਣੀ ਹੈ, ਚਾਹ ਪੀਣੀ ਹੈ, ਇੱਥੋਂ ਹੀ ਮਿਲੋਗੀ। ਆਹ ਸਾਡੇ ਸਿੰਘ ਨੇ ਅਖੰਡ ਪਾਠ ਕਰਨ ਆਏ ਨੇ, ਖਬਰਦਾਰ ਜੀ ਇਹਨਾਂ ਨੂੰ ਬੁਲਾਇਆ, ਆਪਦਾ ਚਾਹ ਪਾਣੀ ਪੀਓ ਤੇ ਜਿੱਥੇ ਤੁਹਾਡਾ ਨਾਕਾ ਲੱਗਾ ਉੱਥੇ ਜਾ ਕੇ ਖੜ ਜਾਓ। ਸੋ ਇਸ ਤਰੀਕੇ ਦੇ ਨਾਲ ਦਲੇਰਾਂ ਦੀ ਕੌਮ ਹਮੇਸ਼ਾ ਹੀ ਜਿਉਂਦੀ ਹੈ। ਜੱਜ ਨੇ ਆਪ ਮਾਂ ਨੂੰ ਚਿੱਠੀ ਦੇ ਵਿੱਚ ਦੱਸਿਆ ਵੀ ਮੈਨੂੰ ਤਾਂ ਰਾਤ ਨੀਂਦ ਨਹੀਂ ਆਈ, ਪਰ ਤੇਰੇ ਲਾਲ ਐ ਕੂਕ ਨੀਂਦੇ ਸੁੱਤੇ ਪਏ ਸੀ। ਸਜ਼ਾ ਸੁਣ ਕੇ ਫਾਂਸੀ ਦੀ, ਪਤਾ ਵੀ ਫਾਂਸੀ ਲੱਗ ਜਾਣੀ ਹੈ। ਜਿਸ ਤਰ੍ਹਾਂ ਕੋਈ ਜੱਟ ਜ਼ਮੀਂਦਾਰ ਪੈਲੀ ਵੇਚ ਕੇ ਤੇ ਕੂਕ ਨੀਂਦੇ ਸੌਂਦਾ, ਇਸ ਤਰੀਕੇ ਦੇ ਨਾਲ ਉਹਨਾਂ ਫਿਕਰ ਹੀ ਕੋਈ ਨਹੀਂ। ਉਹਨਾਂ ਬਰਫੀ ਵੰਡੀ, ਅੱਜ ਤੱਕ ਦੁਨੀਆ 'ਚ ਰਿਕਾਰਡ ਰਿਹਾ। ਉਹ ਕਹਿੰਦਾ ਵੀ ਵੱਡੇ ਵੱਡੇ ਫਾਂਸੀ ਦੀ ਸਜ਼ਾ ਸੁਣ ਕੇ ਪਾਟੇ ਖਾਂ ਦੇ ਨਾਡੂ ਖਾਂ ਬੜੇ ਬੜੇ ਕਹਿੰਦੇ ਕਮਾਉਂਦੇ, ਉਹਨਾਂ ਦੀਆਂ ਲੱਤਾਂ ਕੰਮਣ ਲੱਗ ਪੈਂਦੀਆਂ। ਆ ਜਿਹੜੇ ਰਾਜਨੀਤਿਕ ਬੰਦੇ ਜੇਲ੍ਹਾਂ ਜਾ ਕੇ ਬਿਮਾਰ ਹੋ ਜਾਂਦੇ ਨੇ, ਬਿਮਾਰੀਆਂ ਦਾ ਪਹਿਲਾਂ ਹੀ ਖੜਾ ਨਹੀਂ ਛੱਡਦੀਆਂ, ਕਿਸੇ ਨੂੰ ਹਾਰਟ ਅਟੈਕ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਪਰ ਉਹ ਸੂਰਮੇ ਅੱਜ ਤੱਕ ਰਿਕਾਰਡ ਰਿਹਾ ਵੀ ਕਿਸੇ ਦਾ ਭਾਰ ਵਧਿਆ ਨਹੀਂ, ਘਟਿਆ ਹੀ ਹੈ। ਉਹਨਾਂ ਦਾ ਕਿਲੋ 1.5 ਕਿਲੋ ਭਾਰ ਵੱਧ ਗਿਆ ਸੀ, ਕੋਈ ਫਿਕਰ ਹੀ ਨਹੀਂ। ਤੋ ਇਸ ਲਈ ਇਹ ਮਹਾਰਾਜ ਸ਼ਹੀਦਾਂ ਦੀ ਕੌਮ ਨੂੰ ਤੂੰ ਮਾਰ ਨਹੀਂ, ਕੋਈ ਵੀ ਮਾਰ ਨਹੀਂ ਸਕਦਾ। ਜਿਨ੍ਹਾਂ ਦੀ ਤੂੰ ਆਪ ਰੱਖਿਆ ਕਰਦਾ ਉਹ ਹਮੇਸ਼ਾ ਹੀ ਜਿਉਂਦੇ ਨੇ। ਇਸ ਲਈ ਉਹਨਾਂ ਦੇ ਨਾਮ ਦੇ ਅੱਗੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਅਮਰ ਅੱਖਰ ਲਾਇਆ ਜਾਂਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਸੰਤ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਸੰਤ ਤੇਰੇ ਸਿੱਖ ਸੇਵਕ ਨੇ, ਉਹਨਾਂ ਨੂੰ ਕਾਲ ਮੌਤ ਖਾਂਦੀ ਨਹੀਂ ਹੈ। ਸਭ ਤੁਝ ਹੀ ਅੰਤਰ ਸਗਲ ਸੰਸਾਰ। हे ਪ੍ਰਮਾਤਮਾ, ਸਾਰੇ ਜਗਤ ਵਿਚਲੇ ਸਾਰੇ ਜੀਵ ਤੇਰੇ ਹੀ ਹੁਕਮ ਦੇ ਵਿੱਚ ਹਨ, ਤੇਰੇ ਵਿੱਚ ਹੀ ਮਿਲ ਜਾਣੇ ਨੇ। ਕੋਟ ਉਪਾਵ ਚਿਤਵਤ ਹੈ ਪ੍ਰਾਣੀ। हे ਪ੍ਰਭੂ, ਇਹ ਪ੍ਰਾਣਧਾਰੀ ਜੀਵ ਕਰੋੜਾਂ ਹੀ ਯਤਨਾਂ ਨੂੰ ਚੇਤੇ ਕਰਦਾ ਰਹਿੰਦਾ ਹੈ। ਸੋ ਹੋਵੇ ਜੇ ਕਰੈ ਚੋਜ ਵਿਡਾਣੀ। ਪਰ ਇਹ ਅਸਚਰਜ ਕੌਤਕਾਂ ਨੂੰ ਕਰਨ ਵਾਲੇ ਪ੍ਰਭੂ, ਜਿਹੜਾ ਕੁਝ ਤੂੰ ਕਰਦਾ ਹੈ ਉਹੀ ਕੁਝ ਹੀ ਤਿੰਨੇ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ ਅਤੇ ਹੋਵੇਗਾ। ਰੱਖੋ ਕਿਰਪਾ ਧਾਰ। हे ਪ੍ਰਮਾਤਮਾ, ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰਨ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰੋ। ਜਿਵੇਂ ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕੀਤੀ ਸੀ, ਤਿਵੇਂ ਹੁਣ ਵੀ ਵਿਕਾਰਾਂ ਤੋਂ ਰੱਖਿਆ ਕਰੋ ਜੀ। ਤੇਰੀ ਸਰਣ ਤੇਰਾ ਦਰਬਾਰ। हे ਪ੍ਰਭੂ, ਮੈਂ ਤੇਰੀ ਹੀ ਓਟ ਲਈ ਹੈ ਅਤੇ ਤੇਰੇ ਹੀ ਸਤਸੰਗਤ ਰੂਪ ਦਰਬਾਰ ਦੇ ਵਿੱਚ ਆਇਆ ਹਾਂ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਿਨ ਸੇਵਿਆ ਨਿਰਭਉ ਸੁਖ ਦਾਤਾ। हे ਭੈ ਤੋਂ ਰਹਿਤ ਸੁੱਖਾਂ ਨੂੰ ਦੇਣ ਵਾਲੇ ਪ੍ਰਭੂ, ਜਿਸ ਨੇ ਵੀ ਤੈਨੂੰ ਸੇਵਨਾ ਕੀਤਾ ਹੈ। ਤਿਨ ਭਉ ਦੂਰ ਕੀਆ ਏਕ ਪਰਾਤਾ। ਤਿਸ ਨੇ ਆਪਣੇ ਅੰਦਰੋਂ ਹਰੇਕ ਪ੍ਰਕਾਰ ਦਾ ਡਰ ਦੂਰ ਕੀਤਾ ਹੈ ਅਤੇ ਇੱਕ ਤੇਰੇ ਹੀ ਸਰੂਪ ਨੂੰ ਉਹਨਾਂ ਨੇ ਪਰਾਤਾ ਪਹਿਚਾਨਣਾ ਕੀਤਾ ਹੈ। ਜੋ ਤੂੰ ਕਰਹਿ ਸੋਈ ਫੁਨ ਹੋਇ। हे ਪ੍ਰਮਾਤਮਾ, ਜੋ ਕੁਝ ਵੀ ਤੂੰ ਹੁਕਮ ਕਰਦਾ ਹੈ ਫੁਨ ਪੁਣਾ ਉਹੀ ਕੁਝ ਹੀ ਹੁੰਦਾ ਹੈ
ਜਾਂ ਹੁਣ ਵੀ ਉਹੀ ਕੁਝ ਹੋ ਰਿਹਾ, ਹੁਣ ਫਿਰ ਵੀ ਉਹੀ ਕੁਝ ਹੀ ਹੋਵੇਗਾ। ਮਾਰੈ ਨਾ ਰਾਖੈ ਦੂਜਾ ਕੋਈ। हे ਪ੍ਰਭੂ, ਤੈਥੋਂ ਬਿਨਾ ਹੋਰ ਕੋਈ ਦੂਜਾ ਨਾ ਮਾਰ ਸਕਦਾ ਹੈ ਤੇ ਨਾ ਹੀ ਬਚਾ ਕੇ ਰੱਖ ਸਕਦਾ ਹੈ। ਕਿਆ ਤੂੰ ਸੋਚਹਿ ਮਾਨਸ ਬਾਣ। हे ਮਨੁੱਖਾ, ਤੂੰ ਆਪਣੀ ਬਾਣ ਆਦਤ ਅਨੁਸਾਰ ਕੀ ਸੋਚਾਂ ਨੂੰ ਸੋਚਦਾ ਰਹਿੰਦਾ ਹੈ? ਜਾਂ हे ਮਨ ਦੇ ਖਾਧੇ ਹੋਏ ਮਨੁੱਖ, ਤੂੰ ਕੀ ਸੋਚਾਂ ਵਾਲੀਆਂ ਬਾਣੀਆਂ ਬੋਲਦਾ ਰਹਿੰਦਾ ਹੈ? ਅੰਤਰਜਾਮੀ ਪੁਰਖ ਸੁਜਾਨ। ਓਹੋ, ਅੰਦਰ ਦੀ ਜਾਣਨ ਵਾਲਾ ਪੂਰਨ ਪਰਮਾਤਮਾ ਸਭ ਤਰ੍ਹਾਂ ਕਰਕੇ ਸੁਜਾਨ ਸਿਆਣਾ ਹੈ। ਏਕ ਟੇਕ ਏਕੋ ਆਧਾਰ। ਇਸ ਕਰਕੇ ਇੱਕ ਪ੍ਰਭੂ ਦੀ ਹੀ ਬਾਣੀ ਸਰੀਰ ਕਰਕੇ ਓਟ ਲੈਣਾ ਅੰਗਰ, ਅਤੇ ਇੱਕ ਪ੍ਰਭੂ ਦਾ ਹੀ ਮਨ ਕਰਕੇ ਆਸਰਾ ਲੈਣਾ ਕਰ। ਸਭ ਕਿਛ ਜਾਣੈ ਸਿਰਜਣਹਾਰ। ਉਹ ਰਚਨਹਾਰ ਪਰਮਾਤਮਾ ਸਭ ਕੁਝ ਜਾਣੀ ਜਾਣ, ਤੇਰੇ ਦਿਲ ਦੀਆਂ ਗੱਲਾਂ ਨੂੰ ਜਾਣਦਾ ਹੈ। ਜਿਸ ਉਪਰ ਨਦਰ ਕਰੀ ਕਰਤਾਰ। ਜਿਸ ਮਨੁੱਖ ਦੇ ਉੱਪਰ ਕਰਤਾ ਪੁਰਖ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਇਸ ਜਨ ਕੇ ਸਭ ਕਾਜ ਸਵਾਰ। ਇਸ ਪੁਰਖ ਦੇ ਸੰਸਾਰਕ ਪਰਮਾਰਥ ਦੇ ਸਾਰੇ ਕੰਮ ਉਹ ਖੁਦ ਆਪ ਹੀ ਸਵਾਰਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਜਗ ਸੰਪੂਰਨ ਕੀਤਾ, ਭਗਤ ਨਾਮਦੇਵ ਜੀ ਦੀ ਛਪਰੀ ਬੰਨੀ, ਤੇ ਭਗਤ ਧੰਨਾ ਜੀ ਦੀਆਂ ਗਾਵਾਂ ਚਾਰੀਆਂ ਆਦਿਕ। ਜੋ ਜਨ ਤੁਮਰੀ ਭਗਤ ਕਰੰਤ ਤਿਨ ਕੇ ਕਾਜ ਸਵਾਰਤ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤਿਸ ਕਾ ਰਾਖਾ ਏਕੋ ਸੋਇ। ਤਿਸ ਮਨੁੱਖ ਦਾ ਉਹ ਇੱਕੋ ਇੱਕ ਪਰਮਾਤਮਾ ਹੀ ਰਖਵਾਲਾ ਹੈ। ਜਨ ਨਾਨਕ ਆਪੜ ਨਾ ਸਾਕੈ ਕੋਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪੁਰਖ ਦੇ ਬਰਾਬਰ ਕੋਈ ਵੀ ਪਹੁੰਚ ਨਹੀਂ ਸਕਦਾ। ਭੈਰਵ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭੈਰੋ ਰਾਗ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਹਨ। ਤਉ ਕੜੀਐ ਜੇ ਹੋਵੈ ਬਾਹਰ। ਇਹ ਭਾਈ, ਤਾਂ ਹੀ ਝੂਰ ਨਾ ਕਰੀਏ ਜੇ ਕੁਝ ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਵੇ। ਤਉ ਕੜੀਐ ਜੇ ਵਿਸਰੈ ਨਰ ਹਰ। ਤਾਂ ਹੀ ਝੂਰ ਨਾ ਕਰੀਏ ਜੇਕਰ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਪਰਮਾਤਮਾ ਭੁੱਲ ਜਾਵੇ। ਤਉ ਕੜੀਐ ਜੇ ਦੂਜਾ ਭਾਈ। ਹੇ ਭਾਈ, ਤਾਂ ਹੀ ਝੂਰ ਨਾ ਕਰੀਏ ਜੇਕਰ ਹਿਰਦੇ ਅੰਦਰ ਦਵੈਤ ਭਾਵ ਹੋ ਜਾਵੇ। ਕਿਆ ਕੜੀਐ ਜਾਂ ਰਹਿਆ ਸਮਾਏ। ਜਦੋਂ ਪਰਮਾਤਮਾ ਹੀ ਸਭ ਥਾਈਂ ਸਮਾ ਰਿਹਾ ਮਿਲ ਰਿਹਾ, ਫਿਰ ਐਵੇਂ ਕੀ ਸੜੀ ਜਾਣਾ ਕੁੜੀ ਜਾਣਾ, ਐਵੇਂ ਝੂਰੀ ਜਾਣਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਮਾਇਆ ਮੋਹੇ ਕੜੇ ਕੜ ਪਚਿਆ। ਇਹ ਭਾਈ, ਇਹ ਜੀਵ ਮਾਇਆ ਦੇ ਮੋਹ ਸਨੇਰ ਕਰਕੇ ਵਿਅਰਥੀ ਚੂਰ ਚੂਰ ਕੇ ਈਰਖਾ ਦੀ ਅੱਗ, ਨਰਕਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਜਾਂ ਇਸੇ ਪ੍ਰਕਾਰ ਮਾਇਆ ਮੋਹੇ ਕੜੇ ਕੜ ਪਚਿਆ। ਮਾਇਆ ਦੇ ਮੋਹ ਕਾਰਨ ਜੀਵ ਕੜੇ ਬੰਧਨਾਂ ਵਿੱਚ ਜਕੜਿਆ ਹੋਇਆ, ਕੜ ਦੁਖੀ ਰਹਿੰਦਾ ਤੇ ਪਚਿਆ
ਕ੍ਰੋਧ ਈਰਖਾ ਕਰਕੇ ਰਿੱਝਦਾ ਰਹਿੰਦਾ, ਸੜਦਾ ਕੁੜਦਾ ਰਹਿੰਦਾ ਬਿਨ ਹੈ। ਨਾਵੈ ਭ੍ਰਮ 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 ਖਪਿਆ। ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਭਰਮ ਦਾ ਭਰਮਾਇਆ ਹੋਇਆ, ਜੂਨਾਂ ਵਿੱਚ ਭਰਮਦਾ ਰਹਿੰਦਾ ਅਤੇ ਵਿਕਾਰਾਂ ਵਿੱਚ ਖਪਦਾ ਖਚਦ ਹੁੰਦਾ ਰਹਿੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਤਾਉ ਕੜੀਐ ਜੇ ਦੂਜਾ ਕਰਤਾ। हे ਭਾਈ ਤਾਂ ਹੀ ਚੂਰ ਨਾ ਕਰੀਏ ਜੇਕਰ ਕਰਤਾ ਪੁਰਖ ਤੋਂ ਬਿਨਾ ਦੂਜਾ ਕੋਈ ਹੋਰ ਕਰਤਾ ਹੋਵੇ। ਤਾਉ ਕੜੀਐ ਜੇ ਅਨਿਆਈ ਕੋ ਮਰਤਾ। ਤਾਂ ਹੀ ਚੋਰ ਨਾ ਕਰੀਏ ਜੇਕਰ ਕੋਈ ਮਨੁੱਖ ਬੇਇਨਸਾਫੀ ਅਧਰਮ ਦੇ ਨਾਲ ਮਰਦਾ ਹੋਵੇ। ਪਾਵੋ ਜੀਵਾਂ ਦੀ ਕਰਨੀ ਅਨੁਸਾਰ ਨਿਆਂ ਕਰਨ ਵਾਲਾ ਅਤੇ ਫਲ ਦੇਣ ਵਾਲਾ ਹੈ। ਤਾਉ ਕੜੀਐ ਜੇ ਕਿਛ ਜਾਣੈ ਨਾਹੀ। हे ਭਾਈ ਤਾਂ ਹੀ ਚੋਰ ਨਾ ਕਰੀਏ ਜੇਕਰ ਉਹ ਪ੍ਰਭੂ ਕੁਝ ਜਾਣਦਾ ਨਹੀਂ ਹੈ। ਭਾਵ ਉਹ ਤਾਂ ਅੰਤਰਜਾਮੀ ਹੈ। ਪ੍ਰਭ ਮੇਰਾ ਅੰਤਰਜਾਮੀ ਜਾਣ। ਕਿਆ ਕੜੀਐ ਜਾਂ ਭਰਪੂਰ ਸਮਾਹੀ। ਜਦੋਂ ਸਭ ਥਾਈਂ ਲਬਾ ਲਬ ਪੂਰਨ ਹੋ ਕੇ ਸਮਾਰਿਆ ਵਿਆਪਕ ਹੋ ਰਿਹਾ ਤਾਂ ਫਿਰ ਭਲਾ ਕੀ ਝੂਰਨਾ ਹੈ। ਤਾਉ ਕੜੀਐ ਜੇ ਕਿਛ ਹੋਏ ਤਿੰਘਾਉਣੈ। हे ਭਾਈ ਤਾਂ ਹੀ ਝੂਰ ਨਾ ਕਰੀਏ ਜੇਕਰ ਪਰਮਾਤਮਾ ਵੱਲੋਂ ਕਿਸੇ ਨੂੰ ਦੁੱਖ ਮਿਲਦਾ ਹੋਵੇ। ਉਹ ਜਿਹੜਾ ਪਰਮਾਤਮਾ ਹੈ ਜੇ ਕਿਸੇ ਦੇ ਨਾਲ ਧੱਕੇਬਾਜ਼ੀ ਕਰਦਾ ਹੋਵੇ, ਉਹ ਵਾਹਿਗੁਰੂ ਵੱਲੋਂ ਕੁਝ ਧੱਕੇਬਾਜ਼ੀ ਹੁੰਦੀ ਹੋਵੇ ਤਾਂ ਹੀ ਝੂਰ ਨਾ ਕਰੀਏ। ਤਾਉ ਕੜੀਐ ਜੇ ਭੂਲ ਰੰਜਾਣੈ। ਤਾਂ ਹੀ ਝੂਰ ਨਾ ਕਰੀਏ ਜੇਕਰ ਉਹ ਪ੍ਰਭੂ ਭੁੱਲ ਕੇ ਕਿਸੇ ਨੂੰ ਦੁੱਖ ਦਿੰਦਾ ਹੈ। ਭਾਵੋ ਤਾਂ ਜੀਵਾਂ ਦੀ ਕਰਨੀ ਅਨੁਸਾਰ ਫਲ ਭੁਗਤਾਉਂਦਾ ਹੈ। ਜੋ ਵੀ ਆਪਦੀਆਂ ਇਹ ਕਾਲੀਆਂ ਕਰਤੂਤਾਂ ਕਰਦੇ ਉਹਦੇ ਅਨੁਸਾਰ ਦੁੱਖ ਭੋਗਦੇ ਨੇ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ। ਸਾਨੂੰ ਸਤਿਗੁਰਾਂ ਨੇ ਆਖਿਆ ਹੈ ਇਹ ਜੋ ਵੀ ਕੁਝ ਅਸੀਂ ਤੁਹਾਡੇ ਨਾਲ ਬਚਨ ਸਾਂਝਾ ਕਰ ਰਹੇ ਹਾਂ, ਇਹ ਜੋ ਕੁਝ ਵੀ ਹੁੰਦਾ ਹੈ ਉਹ ਸਾਰਾ ਕੁਝ ਪਰਮਾਤਮਾ ਤੋਂ ਭਾਵ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ। ਅਬ ਕਾੜਾ ਛੋੜ ਅਚਿੰਤ ਹਮ ਸੋਤੇ। ਤਦੋਂ ਝੂਰ ਨਾ ਛੱਡ ਕੇ ਚਿੰਤਾਵਾਂ ਤੋਂ ਰਹਿਤ ਹੋ ਕੇ ਅਸੀਂ ਨਿਰਵਿਕਲਪ ਸਮਾਧੀ ਦੇ ਵਿੱਚ ਬਿਰਾਜਮਾਨ ਹੋਏ ਹਾਂ, ਜਾਂ ਚਿੰਤਾਵਾਂ ਤੋਂ ਰਹਿਤ ਹੋ ਕੇ ਦਿਨੇ ਵੀ ਸੁੱਤੇ ਪਏ ਹਾਂ। ਲੋਕਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਤੇ ਸਾਨੂੰ ਦਿਨੇ ਵੀ ਸੌਣਾ ਪੈਂਦਾ। ਇਉਂ ਬੇਫਿਕਰ ਹੋ ਕੇ ਆਪਾਂ ਕਿਹੜਾ ਕਿਸੇ ਦਾ ਕਰਜ਼ਾ ਦੇਣਾ। ਤੇ ਜਾਂ ਕੋਈ ਬਿਜ਼ਨਸ 'ਚ ਘਾਟਾ ਪੈ ਗਿਆ, ਬਿਜ਼ਨਸ ਹੈ ਨਹੀਂ ਨਿਹੰਗਾਂ ਦਾ, ਇਹੀ ਕਾਰੋਬਾਰ ਹੈ ਸਾਧ ਸੰਗਤ ਦੀ, ਨਾ ਘਾਟਾ ਪਏ ਤੇ ਨਾ ਵਾਧੇ ਦੀ ਖੁਸ਼ੀ, ਸਭ ਕੁਝ ਸੇਮ ਹੀ ਹੈ। ਜੋ ਆ ਗਿਆ ਖਾ ਲਿਆ ਪਕਾ ਲਿਆ, ਚੜ੍ਹਦੀ ਕਲਾ ਪ੍ਰਬੰਧ ਮਹਾਰਾਜ ਦਾ ਵਾਹਿਗੁਰੂ ਦਾ ਹੈ। ਫਿਰ ਆਪਾਂ ਕਾਹਤੋਂ ਝੂਰਨਾ ਹੈ। ਚੁੱਪ ਕਰਕੇ ਆਰਾਮ ਕਰੋ ਤੇ ਆਪਦੀ ਰੌਲ ਲਾਓ। ਰੱਬ ਤੂੰ ਹੈ ਠਾਕੁਰ ਸਭ ਕੋ ਤੇਰਾ। हे ਪ੍ਰਭੂ ਇੱਕ ਤੂੰ ਹੀ ਸਭ ਦਾ ਠਾਕੁਰ ਮਾਲਕ ਹੈ ਤੇ ਸਭ ਕੋਈ ਤੇਰਾ ਹੀ ਸੇਵਕ ਹੈ। ਜਿਉ ਭਾਵੈ ਤਿਉ ਕਰਹਿ ਨਬੀਰਾ। ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਹੀ ਤੂੰ ਸਭ ਜੀਵਾਂ ਦਾ ਨਿਆਂ ਕਰਦਾ ਹੈ। ਦੁਤੀਆ ਨਾਸਤ ਇਕ ਰਹਿਆ ਸਮਾ। ਬ੍ਰਹਮ ਗਿਆਨੀ ਦੀ ਐਸੀ ਦ੍ਰਿਸ਼ਟੀ ਹੈ ਕਿ ਤੇਰੇ ਤੋਂ ਬਿਨਾਂ ਦੂਜਾ ਸਭ ਸੰਸਾਰ ਨਾਸ਼ ਹੋ ਜਾਣ ਵਾਲਾ, ਪਰ ਇੱਕ ਤੂੰ ਸਰਬ ਥਾਵਾਂ ਵਿੱਚ ਮਿਲ ਰਿਹਾ ਹੈ। ਰਾਖੋ ਪੈਜ ਨਾਨਕ ਸਰਣਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ
ਕਿ हे ਪ੍ਰਭੂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਸੀਂ ਸਾਡੀ ਇੱਜ਼ਤ ਪੈਜ ਰੱਖਣਾ ਕਰੋ ਜੀ। ਭੈਰਵ ਮਹੱਲਾ ਪੰਜਵਾ। ਭੈਰੋ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰਨ ਕਰਕੇ ਅਨੇਕਾਂ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਇਹ ਨਾਮ ਤੋਂ ਬਿਨਾਂ ਕਿਸੇ ਦੀ ਵੀ ਕਲਿਆਣ ਨਹੀਂ ਹੋ ਸਕਦੀ ਹੈ। ਬਿਨ ਬਾਜੇ ਕੈਸੋ ਨਿਰਤਕਾਰੀ। ਜਿਵੇਂ ਬਾਜਿਆਂ ਦੇ ਤਾਲ ਪੂਰਨ ਤੋਂ ਬਿਨਾਂ ਕੋਈ ਕਿਹੋ ਜਿਹੀ ਨਾਚ ਨਿਰਤਕਾਰੀ ਕਰ ਸਕਦੀ ਹੈ। ਭਾਵ ਬਾਜਿਆਂ ਤੋਂ ਬਗੈਰ ਨਾਚ ਨਹੀਂ ਹੁੰਦਾ, ਫੱਬਦਾ ਨਹੀਂ ਹੈ। ਬਿਨ ਕੰਠੈ ਕੈਸੇ ਗਾਵਨ ਹਾਰੀ। ਮੇਰੇ ਵਾਂਗ ਗਲੇ ਦੇ ਵਿੱਚ ਕੂੜ ਕਬਾੜ ਫਸਿਆ, ਆਵਾਜ਼ ਨਿਕਲਦੀ ਹੋਈ ਨਹੀਂ, ਜਿਸ ਤਰ੍ਹਾਂ ਪਾਟਾ ਢੋਲ ਹੋਵੇ। ਬਿਨਾਂ ਗਲੇ ਤੋਂ ਕੋਈ ਗਾਉਣ ਵਾਲੀ ਕਿਵੇਂ ਗਾ ਸਕਦੀ ਹੈ? ਭਾਵ ਨਹੀਂ ਗਾ ਸਕਦੀ। ਇਸੇ ਪ੍ਰਕਾਰ ਬਿਨ ਬਾਜੇ ਕੈਸੋ ਨਿਰਤਕਾਰੀ। ਪਰਮਾਤਮਾ ਦੇ ਨਾਮ ਰਵਾਜੇ ਤੋਂ ਬਿਨਾਂ ਕੋਈ ਸ਼ਾਸਤਰ ਗਿਆਨ ਦਾ ਨਿਰਣਾ ਕਿਵੇਂ ਕਰ ਸਕਦਾ? ਭਾਵ ਨਿਰੀਆਂ ਕਿਤਾਬਾਂ ਪੜ੍ਹ ਕੇ ਕਥਾ ਨਹੀਂ ਹੁੰਦੀ, ਫਿਰ ਤਾਂ ਉਸਤਾਦ ਫੇਲ ਹੋ ਜਾਣ। ਆ ਜਿੰਨੇ ਵਿਦਿਆਲੇ ਨੇ ਇਹਨਾਂ 'ਚ ਜਾਣ ਦੀ ਲੋੜ ਹੀ ਨਾ ਪਏ। ਉਸਤਾਦ ਤਾਂ ਧਾਰਨਾ ਪੈਂਦਾ ਜਿਹੜਾ ਦੱਸਦਾ, ਗੁਰੂ ਜੀ ਦੀ ਤਾਂ ਲੋੜ ਹੈ। ਇਉਂ ਸ਼ਾਸਤਰ ਗਿਆਨ ਜਿਹੜਾ ਹੈ ਸੋ ਉਹ ਨਿਰਾ ਪੜ੍ਹਨ ਦੇ ਨਾਲ ਨਹੀਂ ਹੁੰਦਾ। ਬਾਣੀ ਦਾ ਨਿਤਨੇਮ ਨਾਮ ਮਹਾਰਾਜ ਦੀ ਪ੍ਰੇਮਾ ਭਗਤੀ ਹੋਊਗੀ ਤੇ ਤਾਂ ਹੀ ਜ਼ਬਾਨ ਵਿੱਚ ਰਸ ਭਰਦਾ। ਇਸ ਤਰ੍ਹਾਂ ਕੋਈ ਗਿਆਨ ਦਾ ਨਿਰਣਾ ਨਹੀਂ ਕਰ ਸਕਦਾ ਹੈ। ਬਿਨ ਕੰਠੈ ਕੈਸੀ ਗਾਵਨ ਹਾਰੀ। ਸ਼ਰਧਾ ਰੂਪ ਕੰਠ ਗਲੇ ਤੋਂ ਬਿਨਾਂ ਕੋਈ ਜਿੰਦ ਪ੍ਰਭੂ ਦੇ ਜਸ ਨੂੰ ਕਿਵੇਂ ਗਾ ਸਕੇਗੀ? ਭਾਵ ਨਹੀਂ ਗਾ ਸਕਦੀ। ਗਾਇਆ ਧੁਨੀ ਵਿੱਚ ਹੋ ਜਾਂਦਾ, ਧੁਰ ਤੋਂ ਅੰਦਰੋਂ ਨਿਰਾ ਗਲੇ ਵਿੱਚੋਂ ਰਸ ਨਹੀਂ ਬਣਦਾ ਹੈ। ਇਉਂ ਜਿੰਨਾ ਚਿਰ ਸ਼ਰਧਾ ਨਹੀਂ ਹੈ ਉਹਨਾਂ ਚਿਰ ਮਹਾਰਾਜ ਦਾ ਜਸ ਨਹੀਂ ਗਾਇਆ ਜਾ ਸਕਦਾ। ਜੀਲ ਬਿਨਾ ਕੈਸੀ ਬੱਜੈ ਰਬਾਬ। ਜੀਲ ਇਹ ਸਾਜ਼ ਦੀ ਛੋਟੀ ਤਾਰ ਹੁੰਦੀ ਹੈ ਜਿਸ ਦਾ ਸੁਰ ਉੱਚਾ ਤਿੱਖਾ ਹੁੰਦਾ ਹੈ। ਇਸ ਨੂੰ ਫਾਰਸੀ ਵਿੱਚ ਜ਼ੀਰ ਤੇ ਪੰਜਾਬੀ ਵਿੱਚ ਜੀਲ ਆਖਦੇ ਨੇ। ਜਿਹੜਾ ਰਬਾਬ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਾਜ਼ ਹੈ। ਜਿਵੇਂ ਸ਼ਿਵ ਜੀ ਦਾ ਡਮਰੂ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸਾਜ਼ ਰਬਾਬ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਜ਼ ਸਰੰਦਾ ਹੈ। ਰਬਾਬ ਦੀ ਕਾਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਢੀ, ਸਰੰਦੇ ਦੀ ਕਾਢ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੱਢੀ ਤੇ 10ਵੇਂ ਪਾਤਸ਼ਾਹ ਜੀ ਨੇ ਵੀ 350 ਦੇ ਕਰੀਬ ਸਾਧ ਸੰਗਤ ਜੀਓ ਰਾਗ ਗਾਏ ਨੇ ਜੋ ਸਰਬਲੋਹ ਦੇ ਵਿੱਚ 10ਵੇਂ ਦੇ ਵਿੱਚ ਲਿਖੇ ਹੋਏ ਅੰਕਿਤ ਨੇ। ਬੜੀ ਸੁਰੀਲੀ ਆਵਾਜ਼ ਵਿੱਚ 5ਵੇਂ ਪਾਤਸ਼ਾਹ ਵੀ ਕੀਰਤਨ ਕਰਦੇ ਹੁੰਦੇ, ਜਿਸ ਦਾ ਸਬੂਤ ਇਹ ਹੈ ਕਿ ਬਾਬੇ ਮੋਹਨ ਦੀ ਸਮਾਧੀ ਨਹੀਂ ਸੀ ਖੋਲ ਸਕੇ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ। ਜਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦੀ ਇੱਕੋ ਹੀ ਪੌੜੀ ਪੜ੍ਹੀ, ਉਸੇ ਵਕਤ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਸਨ। ਦੂਜੀ ਪੌੜੀ ਤੇ ਉਹਨਾਂ ਨੇ ਬਾਹਰ ਤੱਕਿਆ ਤੇ ਪੋਥੀਆਂ ਸਾਹਿਬ ਲੈ ਕੇ ਹਾਜ਼ਰ ਹੋ ਗਏ ਸੀਗੇ। ਇੰਜ ਕਲਗੀਧਰ ਮਹਾਰਾਜ ਨੇ ਵੀ ਸਰਸਾ ਦੇ ਕਿਨਾਰੇ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀਗਾ। ਇਹ ਜਿਹੜੀ ਰਬਾਬ ਹੈ ਇੱਕ ਪ੍ਰਕਾਰ ਦਾ ਵਜਾਉਣ ਵਾਲਾ ਸਾਜ਼ ਹੈ। ਇਹ ਸਾਜ਼ ਨੂੰ ਕੁਝ ਬਦਲ ਕੇ 6 ਤਾਰਾ ਰਬਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਣਾਇਆ ਸੀਗਾ। ਭਾਈ ਮਰਦਾਨਾ ਇਸ ਨੂੰ ਵਜਾਉਂਦਾ ਸੀਗਾ। ਭਾਈ ਮਰਦਾਨਾ ਜੀ ਦਾ ਬਹੁਤ ਪਿਆਰਾ ਸਾਜ਼ ਸੀ, ਇਸ ਕਰਕੇ ਹੀ ਉਹਨਾਂ ਦੀ ਵੰਸ਼ ਦਾ ਨਾਮ ਰਬਾਬੀ ਪੈ ਗਿਆ। ਰਬਾਬ ਦੇ ਵਜਾਉਣ ਵਾਲੇ ਰਬਾਬੀ। ਸੰਗੀਤ ਵਿੱਚ ਇਸ ਦਾ ਨਾਮ ਰਾਮਣ ਬੀਣਾ ਹੈ। ਇਸ ਦੇ 2 ਭੇਦ ਨੇ, ਇੱਕ ਨਿਬੱਧ ਜਿਸ ਦੇ ਤੰਦਾਂ ਦੇ ਬੰਦ ਸੁਰਾਂ ਦੇ ਚਿੰਨ੍ਹ ਲਈ ਬੱਧੇ ਹੋਣ, ਦੂਜਾ ਨਿਬੱਧ ਜਿਸ ਦੇ ਬੰਦ ਨਾ ਹੋਣ। ਸਰੋਤ ਹੈ ਕਿ ਰਾਮਪੁਰ ਰਿਆਸਤ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਉਂਤ ਦਾ ਰਬਾਬ ਅਜੇ ਵੀ ਮੌਜੂਦ ਹੈ। ਇੰਜ ਜੀਲ ਸਭ ਤੋਂ ਛੋਟੀ ਤਾਰ ਤੰਦੀ ਤੋਂ ਬਿਨਾਂ
ਰਬਾਬ ਕਿਸ ਪ੍ਰਕਾਰ ਵੱਜ ਸਕਦੀ ਹੈ? ਭਾਵ ਨਹੀਂ ਵੱਜ ਸਕਦੀ ਹੈ। ਇਸੇ ਪ੍ਰਕਾਰ ਜੀਲ ਬਿਨਾ ਕੈਸੀ ਬੱਜੈ ਰਬਾਬ। ਪ੍ਰੀਤੀ ਰੂਪ ਤਾਰ ਤੋਂ ਬਿਨਾ ਸਰੀਰ ਜਾਂ ਮਨ ਰੂਪੀ ਰਬਾਬ ਕਿਵੇਂ ਵੱਜ ਸਕਦੀ? ਭਾਵ ਕੋਈ ਕਿਵੇਂ ਜਸ ਗਾ ਸਕਦਾ? ਅਰਥਾਤ ਨਹੀਂ ਗਾ ਸਕਦਾ। ਨਾਮ ਬਿਨਾ ਬਿਰਥੀ ਸਭ ਕਾਜ। ਇਸੇ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਕੰਮ ਵਿਅਰਥ ਹਨ। ਕਿਨੀ ਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਦੇ ਕੰਮ ਨੇ ਅੱਜ ਤੱਕ ਕਿਸੇ ਕੋਲੋਂ ਪੂਰੇ ਨਹੀਂ ਹੋਏ। ਨਾਮ ਬਿਨਾ ਕਹੋ ਕੋ ਤਰਿਆ। ਹੇ ਭਾਈ ਉੱਠ ਕੇ ਦੱਸੋ ਖਾਂ ਭਲਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਅੱਜ ਤੱਕ ਤਰਿਆ? ਕਿਸੇ ਦਾ ਨਾਮ ਦੱਸੋ। ਭਾਵ ਕੋਈ ਵੀ ਮੁਕਤ ਨਹੀਂ ਹੋਇਆ। ਫਿਰ ਤੁਸੀਂ ਦੱਸੋ ਵੀ ਨਿਤਨੇਮ ਤੋਂ ਬਗੈਰ ਤਰ ਜਾਓਗੇ? ਬਿਲਕੁਲ ਨਹੀਂ। ਜੋ ਮਰਜ਼ੀ ਆਪਾਂ ਕਰੀਏ ਪਰ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਗੁਟਕਾ ਪੜ੍ਹਨਾ ਹੀ ਪਊਗਾ। ਔਖੇ ਸੌਖੇ ਜੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਬਹਾਨਾ ਲਾਓ, ਜੋ ਮਰਜ਼ੀ ਕਰੋ, ਪਰ ਬਾਣੀ ਤਾਂ ਪੜ੍ਹਨੀ ਪਊਗੀ ਜੇ ਮੁਕਤ ਹੋਣਾ। ਬਿਨਾਂ ਬਾਣੀ ਪੜ੍ਹੀ ਤੋਂ ਮੁਕਤ ਦੱਸੋ ਕਿਵੇਂ ਹੋ ਜਾਓਗੇ? ਮੂਲ ਮੰਤਰ ਗੁਰ ਮੰਤਰ ਦਾ ਜਾਪ ਜਪਿਆ ਨਹੀਂ। ਬਿਨਾਂ ਜਾਪ ਤੋਂ ਦੱਸੋ ਕਿੱਥੋਂ ਮੁਕਤੀ ਲੱਭੋਗੇ? ਬਿਨ ਨਾਮ ਹਰ ਕੇ ਮੁਕਤ ਨਹੀਂ। ਇਹ ਗੱਲ ਅਸੀਂ ਨਹੀਂ ਕਹਿ ਰਹੇ ਆਪਣੇ ਕੋਲੋਂ, ਇਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਵੀ ਹੁਕਮ ਹੈ। ਧਨਾਸਰੀ ਮਹੱਲਾ ਪਹਿਲਾ ਸਿਰਲੇਖ ਹੇਠ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਾਬ ਵਾਲੇ ਸ਼ਬਦ ਦੀ ਆਖਰੀ ਪੰਕਤੀ ਹੈ। ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਪਰਮਾਤਮਾ ਦੀ ਦਾਸ ਤੁਹਾਨੂੰ ਇਹ ਸੱਚਾ ਬਚਨ ਕਹਿੰਦੇ ਆ ਕਿ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾ ਮੁਕਤੀ ਨਹੀਂ ਜੇ। ਨਾਮ ਜਪਣਾ ਪਊਗਾ ਤੇ ਇਕੱਲੇ ਬਹਿ ਕੇ ਕੰਧ ਵੱਲ ਮੂੰਹ ਕਰਕੇ ਜਪਣਾ ਪਊਗਾ। ਇੱਥੇ ਤਾਂ ਮਾੜਾ ਮੋਟਾ ਸਗਨ ਮੇਲਾ ਕਰਾਇਆ ਜਾਂਦਾ ਵੀ ਚਲੋ ਦਿਲ ਲੱਗ ਜਾਏ, ਥੋੜਾ ਸਾਡਾ ਸੁਭਾਅ ਬਣ ਜਾਏ, ਜਾਂ ਇੰਜਨ ਨੂੰ ਸਟਾਰਟ ਕਰ ਲਈ ਹੈਂਡਲ ਘੁਮਾਈ ਦਾ। ਉਹ ਹੈਂਡਲ ਘੁਮਾਉਂਦੇ ਥੋੜ੍ਹਾ ਰਹੀਦਾ। ਮੋਟਰਸਾਈਕਲ ਦੀ ਕਿੱਕ ਮਾਰੀ ਦੀ ਹੈ, ਇੱਕੋ ਵਾਰੀ ਮਾਰੀ ਦੀ ਹੈ। ਇੱਥੇ ਤਾਂ ਮਾੜਾ ਮੋਟਾ ਸਗਨ ਮੇਲਾ 10-15 ਮਿੰਟਾਂ ਨਾਲ ਕੀ ਹੋਣਾ? ਕੁਛ ਨਹੀਂ ਹੋਣਾ। ਜਿਸ ਤੱਕ ਮੇਰਾ ਤਜਰਬਾ ਹੈ ਇੱਥੇ ਤਾਂ ਮਾੜਾ ਜਿਹਾ ਉਹ ਚਾਰਜ ਹੁੰਦਾ ਹੈ। ਉਹ ਮੋਟਰਸਾਈਕਲ ਦਾ ਜਿਹੜਾ ਪਲੱਗ ਹੈ ਉਹਦੇ ਤੇ ਕਾਲਖ ਜੰਮ ਜਾਏ ਨਾ, ਉਹਨੂੰ ਕੱਢ ਕੇ ਸਾਫ਼ ਸੁਥਰਾ ਜਿਹਾ ਕਰਕੇ ਮਾੜਾ ਜਿਹਾ ਨਾਲ ਲੈ ਕੇ ਉਹ ਪਟਾਕੇ ਜਿਹੇ ਮੜਾਉਂਦੇ ਨੇ, ਮੁੜ ਕੇ ਫਿਰ ਆਪਣੇ ਆਪ ਹੀ ਸਟਾਰਟ ਹੋ ਜਾਂਦਾ। ਇੱਥੇ ਤਾਂ ਥੋੜਾ ਬਹੁਤਾ ਕਰੰਟ ਚਾਰਜਿੰਗ ਹੈ, ਕਰਨਾ ਤਾਂ ਇਕੱਲੇ ਨੂੰ ਬਹਿ ਕੇ ਪਊਗਾ। ਕਮਾਈ ਕਰਨ ਵਾਸਤੇ ਆਪ ਦਾ ਟਾਈਮ ਕੱਢਣਾ ਪਊਗਾ। ਆਪ ਕਮਾਓ ਅਵਰਾ ਉਪਦੇਸ਼। ਪੰਜ ਪਿਆਰੇ ਤਾਂ 5 ਵਾਰੀ ਜਪਾਉਂਦੇ ਨੇ। ਹੁਕਮਨਾਮੇ ਤੋਂ ਬਾਅਦ ਵੀ 5 ਵਾਰ ਚੇਤਾ ਕਰਾਇਆ ਜਾਂਦਾ ਵੀ ਸਾਡਾ ਮਾਈਂਡ ਰਿਲੈਕਸ ਹੋ ਜਾਏ, ਸਾਨੂੰ ਚੇਤਾ ਆ ਜਾਏ ਵੀ ਅਸੀਂ ਨਾਮ ਜਪਣ ਵਾਸਤੇ ਗੁਰਦੁਆਰੇ ਆਏ ਹਾਂ। ਜਪਣਾ ਤਾਂ ਬਾਅਦ ਚ ਪਊਗਾ। ਤੋ ਇਸ ਲਈ ਤੁਸੀਂ ਸਾਨੂੰ ਦੱਸ ਕੇ ਜਾਇਓ ਵੀ ਨਾਮ ਤੋਂ ਬਗੈਰ ਅੱਜ ਤੱਕ ਕੋਈ ਤਰਿਆ? ਕੋਈ ਨਹੀਂ ਜੇ ਤਰਿਆ। ਜਿੰਨੇ ਸੰਤ ਭਗਤ ਨੇ ਸਭਨਾਂ ਨੇ ਨਾਮ ਜਪ ਕੇ ਬਖਸ਼ਿਸ਼ਾਂ ਲਈਆਂ, ਕੋਈ ਅੱਜ ਤੱਕ ਨਾਮ ਤੋਂ ਬਗੈਰ ਮੁਕਤ ਨਹੀਂ ਹੋਇਆ ਹੈ। ਬਿਨ ਸਤਿਗੁਰ ਕੈਸੇ ਪਾਰ ਪਰਿਆ। ਤੇ ਦੁਨੀਆ ਨਾ ਤਾਂ ਕੇਸ ਰੱਖਦੀ ਹੈ, ਨਾ ਗਾਤਰਾ ਪਾਉਂਦੀ। ਕਸ਼ਹਿਰਾ ਵੀ ਕਿਸੇ ਵਿਰਲੇ ਭਾਗਾਂ ਵਾਲੇ ਦੇ ਹਿੱਸੇ ਵਿੱਚ ਹੀ ਆਇਆ। ਇਸ ਲਈ ਕੱਪੜੇ ਤਾਂ ਜ਼ਰੂਰੀ ਪਾਉਣੇ ਲਾਜ਼ਮੀ ਨੇ ਆਪ ਦਾ ਪਰਦਾ ਢੱਕਣ ਲਈ। ਕਰਨਾ ਕੁਰਨਾ ਕੁਛ ਵੀ ਨਹੀਂ। ਉਹ ਆਪਾਂ ਸਿੰਘ ਸਾਹਿਬ ਹੁੰਦੇ ਹਾਂ ਜੀ, ਸਾਨੂੰ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਬਣਾ ਦਿਓ ਜੀ। ਕੋਨੇ ਮੋਨੇ ਵੀ ਚਾਹੁੰਦੇ ਨੇ ਵੀ ਸਾਨੂੰ ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ। ਆਪਾਂ ਵੀ ਸਿੱਖ ਹਾਂ। ਕਿਉਂ? ਪੈਸੇ ਨਹੀਂ ਦਿੰਦੇ। ਅਸੀਂ ਵੀ ਸੇਵਾ ਕਰਦੇ ਹਾਂ, ਪੈਸੇ ਲਾਉਂਦੇ ਹਾਂ। ਜਿੰਨਾ ਚਿਰ ਪ੍ਰੋਪਰ ਤੌਰ ਤੇ ਤੁਸੀਂ ਗੁਰਦੁਆਰੇ ਨੂੰ ਧਾਰਨ ਹੀ ਨਹੀਂ ਕੀਤਾ, ਪਤਨੀ ਨੇ ਪਤੀ ਨੂੰ ਮਰਜ਼ਾਦਾ ਮੁਤਾਬਕ ਆਨੰਦ ਕਾਰਜ ਹੀ ਨਹੀਂ ਲਏ। ਕੱਲ ਵੀ ਲਾਵਾਂ ਦਾ ਹੁਕਮਨਾਮਾ ਸੀ, ਅੱਜ ਵੀ ਲਾਵਾਂ ਦਾ ਹੁਕਮਨਾਮਾ ਹੈ। ਆਨੰਦ ਕਾਰਜ ਹੀ ਨਹੀਂ ਲਏ।
ਲਾਵਾਂ ਹੀ ਨਹੀਂ ਲਈਆਂ, ਪੱਲਾ ਹੀ ਨਹੀਂ ਫੜਿਆ, ਇਸ ਘਰ ਨੂੰ ਅਸੈਪਟ ਹੀ ਨਹੀਂ ਕੀਤਾ। ਬਾਹਰੋਂ ਬੰਦਾ ਆ ਕੇ ਦੱਸੋ ਕਿਵੇਂ ਕਬਜ਼ਾ ਕਰ ਲੂਗਾ। ਇਸ ਵਾਸਤੇ ਜਿੰਨਾ ਚਿਰ ਅੰਮ੍ਰਿਤ ਨਹੀਂ ਛਕਦੇ, ਘੱਟੋ ਘੱਟ ਕੇਸ ਨਹੀਂ ਰੱਖਦੇ, ਪੱਗਾਂ ਦਾੜੀਆਂ ਸਾਬਤ ਨਹੀਂ ਹੁੰਦੀਆਂ, ਐਵੇਂ ਗੁਰੂ ਤੋਂ ਬਗੈਰ ਹੀ ਗੱਲਾਂ ਮਾਰੀ ਜਾਣੀਆਂ ਢੇਰ ਸਾਰੀਆਂ ਟਗੇ ਟਗੇ ਦੀਆਂ। ਜਿਉ ਨਗੁਰਾ ਬਹੁ ਬਾਤਾਂ ਜਾਣੈ, ਨਗੁਰਾ ਬੰਦਾ ਗੱਲਾਂ ਬਹੁਤ ਸਾਰੀਆਂ ਕਰਨੀਆਂ ਜਾਣਦਾ, ਪਰ ਉਹ ਹਰ ਦਰਗੇ ਹੈ ਭ੍ਰਸ਼ਟੀ, ਹਰੀ ਦੀ ਦਰਗਾਹ 'ਚ ਭ੍ਰਸ਼ਟਿਆ ਜਾਂਦਾ। ਜੇ ਸਤਿਗੁਰੂ ਤੋਂ ਬਿਨਾਂ ਨਿਰੀਆਂ ਗੱਲਾਂ ਨਾਲ ਕਿੰਜ ਸੰਸਾਰ ਸਮੁੰਦਰ ਤੋਂ ਕੋਈ ਪਾਰ ਪਿਆ, ਭਾਵ ਕੋਈ ਪਾਰ ਨਹੀਂ ਪਿਆ ਹੈ। ਗਿਆਨ ਨਾ ਗੱਲੀ ਢੂਢੀ ਹੈ, ਕਥਨਾ ਕਰੜਾ ਸਾਰ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਕਿ ਥੋੜਾ ਜਿਹਾ ਹੋਰ ਠਹਿਰੋ, ਵਿਚਾਰੋ ਇਸ ਗੱਲ ਨੂੰ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰੂ ਕਿਹਨੂੰ ਮੰਨਦੇ ਹੋ ਦੱਸੋ? ਗੁਰੂ ਦਾ ਕੀ ਮਤਲਬ ਕੱਢਦੇ ਹੋ? ਰਾਧਾ ਸੁਆਮੀ ਜਾਂ ਸਰਸੇ ਵਾਲਾ ਜਾਂ ਕੋਈ ਹੋਰ ਦੇਹਧਾਰੀ, ਨਕਲੀ ਨਿਰੰਕਾਰੀ ਜਾਂ ਨਾਮਧਾਰੀ? ਸਾਧ ਸੰਗਤ ਜੀ, ਇਨਸਾਨ ਗੁਰੂ ਹੋ ਹੀ ਨਹੀਂ ਸਕਦਾ। ਜਿਹੜੀ ਦੇਹ ਹੈ ਉਹ ਮਨੁੱਖ ਦੀ ਗੰਦੀ ਮੰਦੀ ਹੈ, ਜਿਹੜਾ ਗੁਰੂ ਹੈ ਉਹ ਚੇਤਨ ਸਰੂਪ ਦਾ ਨਾਮ ਹੈ। ਅਗਿਆਨ ਦਾ ਨੀਰਾ ਮੇੜ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨੇ ਵਾਲੇ ਦਾ ਨਾਮ ਗੁਰੂ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋਈ ਸਤਿਗੁਰੂ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਕੇ, ਜਿਨੇ ਪੰਜ ਕਾਮਾਦਿਕ ਦੂਤ ਆਪ ਦੇ ਅਧੀਨ ਕਰ ਲਏ ਹਨ। ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਐਸੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ। ਇਸ ਲਈ ਗੁਰ ਕਰ ਸੱਚ ਵਿਚਾਰ, ਗੁਰੂ ਕਰ ਮਨ ਮੇਰੇ, ਗੁਰ ਕਰ ਸ਼ਬਦ ਸਪੁਨ, ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨ ਦੇਖਿਓ ਨਹੁ ਕੀਓ, ਤੇ ਅਕਿਆਤ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਕੋਈ ਨ ਮੇਟੈ ਦਾਤ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਜਿੰਦਿਆ ਵਰ ਪਾਵਣ, ਹਉਮੈ ਵਿੱਚੋਂ ਜਾਏ। ਬਿਨਾਂ ਸਤਿਗੁਰੂ ਤੋਂ ਕਿਵੇਂ ਕੋਈ ਪਾਰ ਪਿਆ? ਨਹੀਂ ਜੇ ਪਾਰ ਪੈ ਸਕਦਾ ਕੋਈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਿਨ ਜੀਵਾ ਕਹਾ ਕੋ ਬਕਤਾ। ਜ਼ਬਾਨ ਤੋਂ ਬਿਨਾਂ ਕੋਈ ਕਿੱਥੇ ਕੀ ਬੋਲ ਸਕਦਾ, ਭਾਵ ਨਹੀਂ ਬੋਲ ਸਕਦਾ ਹੈ। ਸਰਦਾਰ ਨਿਰਮਲ ਸਿੰਘ ਜੀ ਚੋਲਾ ਸਾਹਿਬ ਬੜੇ ਚੋਟੀ ਦੇ ਕਵੀਸ਼ਰ ਹੋਏ ਹਨ। ਜਦ ਉਹਨਾਂ ਨੇ ਸ਼ਹੀਦਾਂ ਸਿੰਘਾਂ ਦੀਆਂ ਵਾਰਾਂ ਗਾਉਣੀਆਂ, ਮੁੰਡਿਆਂ ਨੇ ਆਮ ਨਗਰਾਂ ਪਿੰਡਾਂ ਦੇ ਵਿੱਚ ਹੀ ਮੈਂ ਵੇਖਦਾ ਰਿਹਾ, ਉਹਨਾਂ ਦੇ ਪੈਰ ਨੋਟਾਂ ਦੇ ਨਾਲ ਭਰ ਦੇਣੇ। ਸਮੇਂ ਦੀ ਸਰਕਾਰ ਨੇ ਉਹਨਾਂ ਦੀ ਜ਼ਬਾਨ ਨੂੰ ਖਿੱਚ ਦਿੱਤਾ, ਜ਼ਬਾਨ ਡਿਸਟਰੋਏ ਕਰ ਦਿੱਤੀ। ਹਰ ਜ਼ਬਾਨ ਕੱਟ ਕੇ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਇੰਟਰੋਗੇਟ ਕਰਕੇ ਸ਼ਹੀਦ ਕੀਤਾ ਗਿਆ। ਤੋ ਇਸ ਲਈ ਇਹ ਰਸਨਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਹੈ। ਜਿਨ੍ਹਾਂ ਦੀ ਰਸਨਾ ਵਿੱਚ ਬਲ ਹੈ ਉਹੀ ਗਾ ਸਕਦੇ ਨੇ। ਬਿਨਾਂ ਰਸਨਾ ਤੋਂ ਬੜਾ ਕਿਵੇਂ ਬੋਲਿਆ ਜਾ ਸਕਦਾ? ਜਿਉਂ ਬੁਲਾਵਾ ਹੈ ਤਿਉਂ ਬੋਲਾ ਹੈ ਸੁਆਮੀ, ਕੁਦਰਤ ਕਬਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਹਾਂਪੁਰਖ ਬਾਬਾ ਜਰਨੈਲ ਸਿੰਘ ਸਾਹਿਬ ਜੀ ਸਾਰੀ ਸਾਰੀ ਦਿਹਾੜੀ ਬੋਲਦੇ ਰਹਿੰਦੇ, ਔਰ ਉਹਨਾਂ ਦਾ ਬੋਲ ਸੁਣਦਿਆਂ ਸਾਰੀ ਮੁਰਦੇ ਵੀ ਜਿਉਂਦੇ ਹੋ ਜਾਂਦੇ ਸਨ। ਉਹੀ ਮੁੰਡੇ ਜਿਹੜੇ ਆਖੇ ਨਹੀਂ ਲੱਗਦੇ, ਨਸ਼ੇ ਪੱਤੇ ਵਰਤਦੇ ਨੇ, ਉਹਨਾਂ ਦੇ ਮਗਰ ਕਮਲੇ ਹੋਏ ਤੁਰੇ ਫਿਰਦੇ ਸੀਗੇ। ਹੁਣ ਵੀ ਮੈਂ ਵੇਖਦਾ ਵੀ ਫੋਟੋਆਂ ਲਾਈਆਂ ਹੋਈਆਂ,
ਆਪਦੀਆਂ ਸ਼ਰਟਾਂ ਦੇ ਉੱਪਰ ਮੋਟਰਸਾਈਕਲਾਂ ਦੇ ਪਤਾ ਨਹੀਂ ਉਹਨਾਂ ਦੀ ਜ਼ਬਾਨ ਦੇ ਵਿੱਚ ਕੀ ਸੀਗਾ, ਔਰ ਹਾਜ਼ਰ ਜਵਾਬ ਸੀਗੇ। ਸਵਾਲ ਬਾਅਦ ਵਿੱਚ ਕਰਨਾ, ਚਾਟੀ ਸੁਦੇ ਸੇ ਦੁੱਤਰ ਦੇ ਦੇਣਾ। ਤੋ ਇਸ ਲਈ ਬੋਲਦੇ ਮੰਜੀ ਸਾਹਿਬ ਤੋਂ ਸੀਗੇ। ਉਦੋਂ ਆ ਫੇਸਬੁੱਕ ਵੀ ਨਹੀਂ ਸੀ ਹੁੰਦੀ, ਪਰ ਬੋਲ ਉਹਨਾਂ ਦਾ ਬੋਲਣ ਤੋਂ ਪਹਿਲਾਂ ਹੀ ਦਿੱਲੀ ਦਰਬਾਰ ਵਿੱਚ ਖੜਕ ਜਾਂਦਾ ਸੀਗਾ। ਪਤਾ ਨਹੀਂ ਕਿੰਨੀ ਆਵਾਜ਼ ਉਹਨਾਂ ਦੀ ਉੱਚੀ ਤੇ ਤੇਜ਼ ਹੋਊਗੀ ਬੋਲਦਿਆਂ ਸਾਰੀ। ਸੋ ਜਿਹੜੇ ਗੁਨਾਹਗਾਰ ਹੁੰਦੇ ਸੀਗੇ ਉਹ ਲੱਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਣ ਲੱਗ ਪੈਂਦੇ ਸੀਗੇ। ਇਹਨਾਂ ਉਹਨਾਂ ਦੀ ਰਸਨਾ 'ਚ ਬੋਲ ਦੇ ਵਿੱਚ ਬਲ ਸੀਗਾ, ਕਿਉਂਕਿ ਉਹਨਾਂ ਨੂੰ ਮੈਂ ਬੋਲਦਿਆਂ ਸੁਣਿਆ। ਇੰਗਲੈਂਡ ਦੇ ਮੁੰਡੇ ਜੂਨ 84 ਤੋਂ ਬਾਅਦ ਉਹਨਾਂ ਦੀਆਂ ਕੈਸਟਾਂ ਦੇ ਵਿੱਚ ਭਰੇ ਬੋਲ ਸੁਣ ਕੇ ਅੰਮ੍ਰਿਤ ਧਾਰੀ ਹੋਏ। ਔਰ ਜਿੱਥੇ ਪੱਬ ਕਲੱਬ ਸੀਗੇ, ਗਿਣਤੀ ਦੇ ਗੁਰਦੁਆਰਾ ਸਾਹਿਬ ਸਨ 1 ਜਾਂ 2, ਉੱਥੇ ਹੁਣ 4 ਕਦਮ ਚੱਲੀਏ ਤੇ ਗੁਰਦੁਆਰਾ ਸਾਹਿਬ। ਇਹ ਸਿਰਫ ਉਹਨਾਂ ਦੇ ਬੋਲ ਦੀ ਤਾਕਤ ਨਾਲ ਹੀ ਮੈਂ ਇੰਗਲੈਂਡ ਦੇ ਵਿੱਚ ਵੇਖਿਆ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਹੋਇਆ। ਇਸ ਲਈ ਇਹ ਵਾਹਿਗੁਰੂ ਦੀ ਦਾਤ, ਉਹਨਾਂ ਦੀ ਬਖਸ਼ਿਸ਼ ਹੈ। ਬਿਨ ਸਰਵਨਾ ਕਹਾ ਕੋ ਸੁਣਤਾ, ਕੰਨਾਂ ਤੋਂ ਬਗੈਰ ਕਿਵੇਂ ਕੋਈ ਸੁਣ ਸਕਦਾ, ਭਾਵ ਨਹੀਂ ਸੁਣ ਸਕਦਾ। ਇਸੇ ਪ੍ਰਕਾਰ ਬਿਨ ਜੀਵਾ ਕਹਾ ਕੋ ਬਕਤਾ, ਪ੍ਰੀਤ ਰੂਪ ਰਸਨਾ ਤੋਂ ਬਿਨਾ ਕੋਈ ਕੀ ਪ੍ਰਭੂ ਦਾ ਜਸ ਉਚਾਰ ਸਕਦਾ, ਭਾਵ ਨਹੀਂ ਉਚਾਰ ਸਕਦਾ। ਬਿਨ ਸਰਵਨਾ ਕਹਾ ਕੋ ਸੁਣਤਾ, ਅਤੇ ਸ਼ਰਧਾ ਅਤੇ ਵਿਸ਼ਵਾਸ ਰੂਪ ਕੰਨਾਂ ਤੋਂ ਬਿਨਾ ਕੋਈ ਕੀ ਪ੍ਰਭੂ ਦਾ ਜਸ ਜਾਂ ਨਾਮ ਸੁਣ ਸਕਦਾ, ਭਾਵ ਨਹੀਂ ਸੁਣ ਸਕਦਾ। ਬਿਨ ਨੇਤਰਾ ਕਹਾ ਕੋ ਪੇਖੈ, ਜਿਵੇਂ ਅੱਖਾਂ ਤੋਂ ਬਿਨਾ ਕੋਈ ਕਿਤੇ ਕਿਵੇਂ ਵੇਖ ਸਕਦਾ, ਭਾਵ ਨਹੀਂ ਵੇਖ ਸਕਦਾ ਹੈ। ਇਸੇ ਪ੍ਰਕਾਰ ਬਿਨ ਨੇਤਰਾ ਕਹਾ ਕੋ ਪੇਖੈ, ਵੈਰਾਗ ਤੇ ਵਿਵੇਕ ਰੂਪ ਨੇਤਰਾਂ ਤੋਂ ਬਿਨਾ ਕੋਈ ਵਾਹਿਗੁਰੂ ਦੇ ਸਰੂਪ ਨੂੰ ਕੀ ਵੇਖ ਸਕਦਾ, ਭਾਵ ਨਹੀਂ ਵੇਖ ਸਕਦਾ। ਨਾਮ ਬਿਨਾ ਨਰ ਕਹੀ ਨਾ ਲਿਖੈ, ਇਉਂ ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਿਤੇ ਵੀ ਲਿਖੇ ਹਿਸਾਬ ਕਿਤਾਬ ਦੇ ਵਿੱਚ ਨਹੀਂ ਹੈ। ਬਿਨ ਵਿਦਿਆ ਕਹਾ ਕੋਈ ਪੰਡਤ, ਜਿਵੇਂ ਵਿਦਿਆ ਪੜ੍ਹਾਈ ਤੋਂ ਬਿਨਾ ਕੀ ਕੋਈ ਵਿਦਵਾਨ ਅਖਵਾ ਸਕਦਾ ਹੈ, ਭਾਵ ਨਹੀਂ ਅਖਵਾ ਸਕਦਾ। ਬਿਨ ਅਮਰੈ ਕਾਸੀ ਕੈਸੀ ਰਾਜ ਮੰਡਿਤ, ਜਿਵੇਂ ਅਮਰ ਹੁਕਮ ਤੋਂ ਬਿਨਾ ਕੋਈ ਰਾਜਾ ਕਿਸ ਪ੍ਰਕਾਰ ਆਪਣੇ ਰਾਜ ਭਾਗ ਨੂੰ ਸਜਾ ਸਕਦਾ, ਭੂਸ਼ਿਤ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਇਸੇ ਪ੍ਰਕਾਰ ਬਿਨ ਵਿਦਿਆ ਕਹਾ ਕੋਈ ਪੰਡਤ, ਜੋ ਬ੍ਰਹਮ ਵਿਦਿਆ ਤੋਂ ਬਿਨਾ ਕੋਈ ਪੰਡਾ ਭਾਵ ਬੁੱਧੀ ਆਤਮਿਕ ਸਰੂਪ ਦੀ ਵਿਚਾਰ ਵਾਲੀ ਕਿੱਥੇ ਹੋ ਸਕਦੀ ਹੈ, ਭਾਵ ਨਹੀਂ ਹੋ ਸਕਦੀ। ਬਿਨ ਅਮਰੈ ਕੈਸੇ ਰਾਜ ਮੰਡਤ, ਅਤੇ ਇੰਦਰੀਆਂ ਨੂੰ ਪ੍ਰਜਾ ਉੱਪਰ ਆਪਣਾ ਹੁਕਮ ਚਲਾਉਣ ਤੋਂ ਬਿਨਾ, ਭਾਵ ਇੰਦਰੀਆਂ ਨੂੰ ਆਪਣੇ ਅਧੀਨ ਕੀਤਿਆਂ ਤੋਂ ਬਿਨਾ ਕੋਈ ਸ਼ਰਵਣ ਮੰਨਣ ਤੇ ਨਿਧਿਆਸਨ ਰੂਪ ਗਿਆਨ ਨੂੰ ਕਿਵੇਂ ਸਜਾ ਸਕਦਾ, ਭੂਸ਼ਿਤ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਬਿਨ ਬੂਝੇ ਕਹਾ ਮਨ ਠਹਿਰਾਨਾ, ਗੁਰਾਂ ਦੇ ਉਪਦੇਸ਼ ਨੂੰ ਸਮਝੇ ਤੋਂ ਬਿਨਾ ਇਹ ਮਨ ਕਿੱਥੇ ਠਹਿਰ ਸਕਦਾ, ਭਾਵ ਗੁਰਾਂ ਤੋਂ ਬਿਨਾ ਇਹ ਮਨ ਸਥਿਤ ਨਹੀਂ ਹੋ ਸਕਦਾ। ਨਾਮ ਬਿਨਾ ਸਭ ਜਗ ਬਉਰਾਨਾ, ਦੁਨੀਆ ਨਿਹੰਗਾਂ ਨੂੰ ਕਮਲਾ ਸਮਝਦੀ ਹੈ, ਵਾਹਿਗੁਰੂ ਦੇ ਦਾਸਾਂ ਸੇਵਕਾਂ ਨੂੰ ਕਮਲੇ ਰਮਲੇ ਮਸਤਾਨੇ ਦੀਵਾਨੇ ਸਮਝਦੀ ਹੈ, ਪਰ ਹੈ ਆਪ ਕਮਲੀ। ਪਰਮਾਤਮਾ ਦੇ ਨਾਮ ਤੋਂ ਬਿਨਾ ਬਿਨ ਨਾਮੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸਾਰਾ ਸੰਸਾਰ ਹੀ ਕਮਲਾ ਹੋਇਆ ਤੁਰਿਆ ਫਿਰ ਰਿਹਾ, ਭਾਵੇਂ ਕੋਈ ਵਕੀਲ ਹੈ, ਭਾਵੇਂ ਡਾਕਟਰ ਹੈ, ਭਾਵੇਂ ਇੰਜੀਨੀਅਰ ਹੈ। ਮੈਂ ਵੇਖਿਆ ਜਿਹੜੇ ਵਕੀਲ ਨੇ ਉਹ ਲੜਾਈ ਕਾਹਦੀ ਲੜਦੇ ਨੇ ਦੱਸੋ? ਇਹੀ ਲੜਾਈ ਹੁੰਦੀ ਹੈ ਵੀ ਸੱਚ ਤੇ ਝੂਠ ਦੀ, ਕਿ ਆਹ ਬੰਦਾ ਸਹੀ ਹੈ, ਆਹ ਗਲਤ ਹੈ, ਤੁਸੀਂ ਇਹਦੇ ਤੇ ਝੂਠਾ ਇਲਜ਼ਾਮ ਲਾਇਆ ਹੈ।
ਗਵਾਹੀਆਂ ਦੇ ਕੇ ਸੱਚੇ ਬੰਦੇ ਦੇ ਹੱਕ 'ਚ ਭੁਗਤਾਉਣਾ ਹੁੰਦਾ, ਕੇਸ ਜਿਤਾਉਣਾ ਹੁੰਦਾ, ਪਰ ਖੁਦ ਆਪ ਝੂਠ ਬੋਲਦੇ ਨੇ, ਪੈਸੇ ਰਿਸ਼ਵਤ ਲੈ ਕੇ ਝੂਠੇ ਨੂੰ ਜਿਤਾਉਂਦੇ ਨੇ। ਡਾਕਟਰਾਂ ਦਾ ਕੰਮ ਕੀ ਆ? ਨਸ਼ਿਆਂ ਨੂੰ ਛਡਾਉਣਾ, ਪਰ ਉਹ ਖੁਦ ਆਪ ਚਾਹ ਨਹੀਂ ਛੱਡਦੇ, ਡਰਿੰਕ ਆਦਿ ਕਰਦੇ ਨੇ। ਕਈਆਂ ਨੂੰ ਮੈਂ ਵੇਖਿਆ, ਵੈਸੇ ਉਹ ਗੋਲੀ ਤਾਂ ਕਹਿੰਦੇ ਮਜਬੂਰੀ 'ਚ ਖਾਣੀ ਆ, 1 ਜਾਂ 2 ਤੋਂ ਵੱਧ ਨਹੀਂ ਖਾਣੀ, ਅਤੇ ਉਹ ਕਈਆਂ ਨੂੰ ਡਾਕਟਰਾਂ ਦੀ ਇਹੋ ਜਿਹੀ ਗੋਲੀ ਲੱਗੀ ਉਹ ਨਸ਼ਾ ਹੀ ਬਣ ਗਿਆ, ਛੱਡਣੀ ਮੁੜ ਕੇ ਔਖੀ ਹੋ ਜਾਂਦੀ। ਮੈਂ ਤਾਂ ਲੱਗਦੀ ਬਾਈ ਦਵਾਈ ਲੈਂਦਾ ਹੀ ਨਹੀਂ, ਪਰ ਜੇ ਲੈਣੀ ਤਾਂ ਪੈਂਦੀ ਹੀ ਆ। ਅਗਲੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੀਦੀ ਵੀ ਨੀਂਦ ਤਾਂ ਪਹਿਲਾਂ ਮਲੇਟੇ ਮਾਰ ਮਾਰ ਸੁੱਟੀ ਜਾਂਦੀ, ਵੀ ਵੀਰ ਬਣ ਕੇ ਇਹੋ ਜਿਹੀ ਦਿਓ ਵੀ ਜਿਹ 'ਚ ਨੀਂਦ ਨਾ ਹੋਏ। ਉਹ ਫਿਰ ਦੱਸਦੇ ਵੀ ਇਹਦੇ 'ਚ ਨੀਂਦ ਹੈ, ਜਦੋਂ ਸੌਣਾ ਉਦੋਂ ਲੈਣੀ ਹੈ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਲੋਕ ਗੁਰੂ ਘਰ ਵਾਲਿਆਂ ਨੂੰ ਕਮਲਾ ਸਮਝਦੇ, ਪਰ ਹੈ ਆਪ ਕਮਲੇ। ਸਭ ਕੁਝ ਜਾਣ ਬੁੱਝ ਕੇ, ਪਤਾ ਵੀ ਆ ਵੀ ਆਹ ਚੀਜ਼ ਮਾੜੀ ਹੈ, ਫਿਰ ਵੀ ਖਾਈ ਪੀ ਵੀ ਜਾਂਦੇ। ਪਤਾ ਵੀ ਆ ਵੀ ਆਹ ਕੰਮ ਗਲਤ ਨਹੀਂ ਕਰਨਾ ਚਾਹੀਦਾ, ਪਰ ਪੈਸੇ ਖਾਤਰ ਸਭ ਕੁਛ ਕਰਦੇ। ਇਉਂ ਸੰਸਾਰ ਕਮਲਾ ਹੋਇਆ ਫਿਰਦਾ। ਲੋਕ ਕਹੇ ਕਬੀਰ ਬੋਰਾਨਾ, ਲੋਕ ਕਹਿੰਦੇ ਵੀ ਕਬੀਰ ਕਮਲਾ ਹੈ, ਪਰ ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਦਾ ਇਹ ਭੇਦ ਕਿਸੇ ਵਿਰਲੇ ਨੂੰ ਪਤਾ ਕਿ ਉਹਨੇ ਰਾਮ ਨੂੰ ਪਹਿਚਾਨ ਲਿਆ ਹੈ। ਦੁਨੀਆ ਕੰਮਾਂ ਨੂੰ ਪਹਿਚਾਣ ਦੇ ਵਿੱਚ ਰੱਖਦੀ ਹੈ। ਜਿਹੜਾ ਦੁਨਿਆਵੀ ਕੰਮ ਚੰਗੀ ਤਰ੍ਹਾਂ ਕਰੇ ਉਹਨੂੰ ਕਹਿੰਦੇ ਸਿਆਣਾ ਹੈ, ਇਹਨੂੰ ਦਾ ਕੰਮ ਨਹੀਂ ਕਰਨਾ ਆਉਂਦਾ। ਪਰ ਕਹਿੰਦੇ ਮੈਂ ਰੱਬ ਨੂੰ ਪਹਿਚਾਨਣ ਦਾ ਕੰਮ ਕੀਤਾ ਹੈ, ਇਸ ਲਈ ਰੱਬ ਵੱਲ ਸਿਆਣੇ ਬਣਨਾ ਚਾਹੀਦਾ। ਗੁਰਸਿੱਖ ਅੰਦਰੋਂ ਸਿਆਣਾ, ਬਾਹਰੋਂ ਭੋਲਾ। ਭੋਲੇ ਪਾਏ ਮਿਲੇ ਰਗ ਰਾਇਆ। ਕਮਲੇ ਬੰਦੇ ਕੋਲ ਕੋਈ ਬਹਿਣਾ ਪਸੰਦ ਨਹੀਂ ਕਰਦਾ, ਉਹਦੇ ਕੋਲ ਕੋਈ ਸਲਾਹ ਨਹੀਂ ਲੈਂਦਾ। ਇਉਂ ਕਮਲੇ ਰਮਲੇ ਜੇ ਬਣ ਕੇ ਰਹੀਏ ਤੇ ਫਿਰ ਲੋਕਾਂ ਦੀ ਸ਼ੋਹਰਤ ਤੋਂ ਬਚਾ ਰਹਿੰਦਾ ਹੈ। ਬੰਦਾ ਬਹੁਤਾ ਸਿਆਣਾ ਵੀ ਕਾਂ ਸਿਆਣਾ ਹੁੰਦਾ। ਤੇ ਵੇਖੋ ਸਿਆਣਾ ਕਾਂ ਜਿਹੜਾ ਕਿੱਥੇ ਡਿੱਗਦਾ ਕਿੱਥੇ ਆ? ਗੰਦਗੀ ਤੇ। ਇਸ ਲਈ ਬਹੁਤੇ ਸਿਆਣੇ ਵੀ ਨਹੀਂ ਬਣਨਾ ਚਾਹੀਦਾ। ਸਿਆਣਾ ਬੰਦਾ ਵੈਸੇ ਵੀ ਪਹਿਲਾਂ ਮਰਦਾ ਹੈ। ਜਿਹੜੇ ਕਮਲੇ ਰਮਲੇ ਨੇ ਉਹਨਾਂ ਦਾ ਸਗੋਂ ਬਚਾਅ ਹੋ ਜਾਂਦਾ। ਇਉਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ ਹੈ। ਬਿਨ ਬੈਰਾਗ ਕਹਾ ਬੈਰਾਗੀ। ਹੇ ਭਾਈ ਧਰਤੀ ਪਰ ਤਰਤਾ ਵੈਰਾਗ ਤੋਂ ਬਿਨਾਂ ਕੀ ਕੋਈ ਵੈਰਾਗ ਮਨ ਹੋ ਸਕਦਾ? ਭਾਵ ਨਹੀਂ ਹੋ ਸਕਦਾ ਹੈ। ਅਤੇ ਬਿਨ ਹਉ ਤਿਆਗ ਕਹਾ ਕੋ ਤਿਆਗੀ। ਹੰਗਤਾ ਨੂੰ ਤਿਆਗਣ ਤੋਂ ਬਿਨਾਂ ਕੋਈ ਕੀ ਤਿਆਗ ਕਰਨ ਵਾਲਾ ਹੋ ਸਕਦਾ? ਭਾਵ ਨਹੀਂ ਹੋ ਸਕਦਾ। ਭਾਵ ਤਿਆਗੀ ਹੋਈ ਵਸਤੂ ਦੇ ਤਿਆਗ ਦਾ ਹੰਕਾਰ ਵੀ ਤਿਆਗ ਦੇਣਾ ਹੀ ਅਸਲ ਤਿਆਗ ਹੈ। ਬਿਨ ਬਸ ਪੰਚ ਕਹਾ ਮਨ ਚੂਰੇ। ਝੂਰੇ 5 ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜਾਂ 5 ਗਿਆਨ ਇੰਦਰੇ 5 ਕਰਮ ਇੰਦਰੀਆਂ ਨੂੰ ਆਪਣੇ ਅਧੀਨ ਕੀਤੇ ਤੋਂ ਬਿਨਾਂ ਕੋਈ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਕੀ ਚੂਰਨ ਕਰ ਸਕਦਾ? ਭਾਵ ਮੇਟ ਸਕਦਾ? ਅਰਥਾਤ ਨਹੀਂ ਮੇਟ ਸਕਦਾ। ਨਾਮ ਬਿਨਾ ਸਦ ਸਦ ਹੀ ਚੂਰੇ। ਇਸੇ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਹਮੇਸ਼ਾ ਹਮੇਸ਼ਾ ਲਈ ਹੀ ਚੂਰਦਾ ਰਹਿੰਦਾ ਹੈ। ਬਿਨ ਬਸ 5 ਕਾਹਾਂ ਮਨ ਚੂਰੇ। 5 ਕਾਮ ਆਦਿਕਾਂ ਨੂੰ ਅਧੀਨ ਕੀਤੇ ਤੋਂ ਬਿਨਾਂ ਆਪਦੇ ਮਾਨ ਦੀਆਂ ਵਾਸ਼ਨਾਵਾਂ ਨੂੰ ਕੋਈ ਚੂਰਨ ਨਹੀਂ ਕਰ ਸਕਦਾ, ਮੇਟ ਨਹੀਂ ਸਕਦਾ। ਇਸ ਤਰ੍ਹਾਂ ਨਾਮ ਤੋਂ ਬਿਨਾਂ ਬੰਦਾ ਹਮੇਸ਼ਾ ਝੂਰਦਾ ਹੀ ਰਹਿੰਦਾ ਹੈ। ਬਿਨ ਗੁਰ ਦੀਖਿਆ ਕੈਸੇ ਗਿਆਨ। ਗੁਰਾਂ ਦੀ ਸਿੱਖਿਆ ਤੋਂ ਬਿਨਾਂ ਕਿਸੇ ਨੂੰ ਕਿਸ ਪ੍ਰਕਾਰ ਆਤਮ ਗਿਆਨ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ। ਬਿਨ ਪੇਖੇ ਕਹੋ ਕੈਸੋ ਧਿਆਨ। ਦ੍ਰਿਸ਼ਟਾ ਰੂਪ ਪ੍ਰਭੂ ਨੂੰ ਵੇਖੇ ਤੋਂ ਬਿਨਾਂ ਦੱਸੋ ਕਿਸ ਪ੍ਰਕਾਰ ਧਿਆਨ ਲੱਗ ਸਕਦਾ? ਭਾਵ ਨਹੀਂ ਲੱਗ ਸਕਦਾ। ਬਿਨ ਭੈ ਕਥਨੀ ਸਰਬ ਵਿਕਾਰ। ਪਰਮਾਤਮਾ ਦੇ ਡਰ ਧਾਰਨ ਤੋਂ ਬਿਨਾਂ ਕਥਨੀ ਮੂੰਹ ਕਈਆਂ ਗੱਲਾਂ ਸਾਰੀਆਂ
ਵਿਕਾਰ ਰੂਪ ਹਨ। ਜੋ ਜਨ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਤਾ। ਇਉਂ ਨਿਰਾ ਕਥਾਕੜ ਬਣਨ ਦੇ ਨਾਲ ਹੀ ਜੇ ਮਹਾਰਾਜ ਦਾ ਡਰ ਨਹੀਂ ਧਾਰਨ ਕੀਤਾ ਤਾਂ ਕੋਈ ਲਾਭ ਨਹੀਂ, ਸਭ ਗੱਲਾਂ ਵਿਕਾਰ ਰੂਪ ਬਣ ਜਾਂਦੀਆਂ। ਕਹੂ ਨਾਨਕ ਦਰ ਕਾ ਵਿਚਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਵੀ ਤੁਹਾਨੂੰ ਸ਼ੁਭ ਵਿਚਾਰ ਸਰਵਣ ਕਰਵਾਈ ਹੈ, ਪੇਸ਼ ਕੀਤੀ ਹੈ, ਇਹ ਪਰਮਾਤਮਾ ਦੇ ਦੁਆਰੇ ਦਾ ਨਿਰਣਾ ਕਰਕੇ ਦੱਸਣਾ ਕੀਤਾ ਹੈ। ਇਹ ਮਹਾਰਾਜ ਦੇ ਦੁਆਰੇ ਤੇ ਇਹ ਗੱਲਾਂ ਪ੍ਰਮਾਣ ਹੁੰਦੀਆਂ ਨੇ। ਇਹ ਉਸ ਵਾਹਿਗੁਰੂ ਦੇ ਦਰ ਦਾ ਵਿਚਾਰ ਹੈ। ਸੱਚਖੰਡ ਤੁਰ ਦਰਗਾਹ ਦੀ ਕਥਾ ਤੁਹਾਨੂੰ ਸਰਵਣ ਕਰਵਾਈ ਹੈ ਕਿ ਬਿਨ ਭੈ ਕਥਨੀ ਸਰਬ ਬੇਕਾਰ। ਨਿਰੀਆਂ ਗੱਲਾਂ ਕਰਨ ਦੇ ਨਾਲ ਪਰ ਉਤਾਰਾ ਨਹੀਂ ਹੋਣਾ ਜਿੰਨਾ ਚਿਰ ਮਹਾਰਾਜ ਦਾ ਭੈ ਨਹੀਂ ਧਾਰਿਆ। ਤੇ ਭੈ ਕਿਵੇਂ ਆਉਂਦਾ? ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ। ਸੋ ਮਹਾਰਾਜ ਦੀ ਸੰਗਤ ਕਰਨ ਤੋਂ ਭੈ ਉਤਪਨ ਹੁੰਦਾ ਤੇ ਭੈ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ। ਜੋ ਸਾਈਂ ਤੋਂ ਡਰਦੇ ਨੇ, ਆਪਾਂ ਦੁਨੀਆ ਤੋਂ ਤਾਂ ਡਰਦੇ ਹਾਂ ਕਿ ਫਲਾਣੇ ਨੂੰ ਪਤਾ ਨਾ ਲੱਗ ਜਾਏ, ਉਹ ਕਿਤੇ ਉਹਨੂੰ ਦੱਸ ਨਾ ਦੇਈ ਓਏ, ਪਰ ਰੱਬ ਤੋਂ ਨਹੀਂ ਆਪਾਂ ਡਰਦੇ। ਇਸ ਲਈ ਜਿਹੜਾ ਸਾਈਂ ਤੋਂ ਡਰਦਾ ਉਹਨਾਂ ਨੂੰ ਕੋਈ ਹੋਰ ਡਰ ਨਹੀਂ ਰਹਿੰਦਾ। ਜੋ ਸਵਾਮੀ ਤੋਂ ਨਹੀਂ ਡਰਦੇ ਉਹਨਾਂ ਨੂੰ ਬਹੁਤ ਡਰ ਲੱਗਦਾ। ਤੇ ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਦਾ ਡਰ ਹੈ ਉਹਨਾਂ ਦੇ ਮਨ 'ਚ ਹੀ ਪ੍ਰੇਮ ਹੈ। ਜਿਨ ਭਉ ਤਿਨ ਨਾਹੀਂ ਭਉ, ਮੁਝ ਭਉ ਨਿਭ ਵਿਆਹ। ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ ਹੈ। ਇਸ ਦੇ ਨਾਲ ਹੀ ਇਸ ਬ੍ਰਹਮ ਵਿਚਾਰ ਨੂੰ ਵਿਸ਼ਰਾਮ ਦਿੰਦੇ ਹਾਂ ਜੀ। ਭੁੱਲਾਂ ਚੁੱਕਾ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੇ ਕਹੋ ਕੈਸੋ ਧਿਆਨ। ਬਿਨ ਭੈ ਕਥਨੀ ਸਰਬ ਬੇਕਾਰ, ਕਹੋ ਨਾਨਕ ਦਰ ਕਾ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।